ਸਤਿ ਸ਼੍ਰੀ ਅਕਾਲ ABP ਸਾਂਝਾ ਦੇਖ ਰਹੇ ਦਰਸ਼ਕਾਂ ਦਾ ਸਵਾਗਤ ਹੈ। ਮੈਂ ਤੁਹਾਡੇ ਨਾਲ ਜੋਤੀ। 10 ਮਹੀਨਿਆਂ ਦੇ ਅੰਦਰ ਪੰਜਾਬ ਨੂੰ ਪੰਜਵਾਂ ਨਵਾਂ AG ਮਿਲ ਗਿਆ। ਮਾਨ ਸਰਕਾਰ ਦੇ ਸੱਤਾ ਦੇ ਵਿੱਚ ਆਉਂਦਿਆਂ ਹੀ ਅਨਮੋਲ ਰਤਨ ਸਿੱਧੂ ਨੂੰ ਐਡਵੋਕੇਟ ਜਨਰਲ ਲਗਾਇਆ ਗਿਆ ਸੀ, ਪਰ 4 ਮਹੀਨਿਆਂ ਦੇ ਅੰਦਰ ਹੀ ਉਹਨਾਂ ਨੇ ਅਸਤੀਫਾ ਦੇ ਕੇ ਸਭ ਨੂੰ ਹੈਰਾਨ ਕਰ ਦਿੱਤਾ ਹੈ। ਹੁਣ ਅਨਮੋਲ ਰਤਨ ਸਿੱਧੂ ਦੀ ਥਾਂ ਤੇ ਵਿਨੋਦ ਕਈ ਪੰਜਾਬ ਦੇ ਨਵੇਂ ਐਡਵੋਕੇਟ ਜਨਰਲ ਨਿਯੁਕਤ ਕੀਤੇ ਗਏ ਨੇ। ਇੱਕ ਵਾਰ ਮੁੜ ਤੋਂ ਪੰਜਾਬ ਦਾ ਐਡਵੋਕੇਟ ਜਨਰਲ ਬਦਲ ਗਿਆ। ਅਨਮੋਲ ਰਤਨ ਸਿੱਧੂ ਨੇ ਨਿੱਜੀ ਕਾਰਨਾਂ ਦਾ ਹਵਾਲਾ ਦਿੰਦਿਆਂ ਆਪਣੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਹੈ ਅਤੇ ਹੁਣ ਉਹਨਾਂ ਦੀ ਥਾਂ ਵਿਨੋਦ ਕਈ ਪੰਜਾਬ ਦੇ ਨਵੇਂ ਐਡਵੋਕੇਟ ਜਨਰਲ ਚੁਣ ਲਏ ਗਏ ਨੇ। नहीं जिम्मेवारी पूरी निभाई, जिन्नी जिम्मेवारी दी सानू असीं निभाई पूरी ठोक के, कोई यही जी गल नहीं। पर कई बारी कोई परसनल रीजनस होंदे, उस करके फिर मैनू परमिशन लैनी पई CM साहब दी भी, चलो हुण मैनू छुट्टी दिओ। नहीं परसनल ही है, उहदे परसनल ज़्यादा है, प्रोफैशनल भी है थोड़ा जिहा। मेरा आपदा प्राइवेट प्रैक्टिस का भी जिहड़ा सीगा वो भी ग्राफ थोड़ा जिहा नीचे आ रहा सी, तो मैं कहा इट इज़ बैटर, क्योंकि जिन्ना डिले करांगे फिर उहदा ग्राफ होर नीचे आ जाएगा। तो मैं उधर भी सोचा भी लैट्स डिवोट टू दैट साइड। ਮਾਨ ਸਰਕਾਰ ਦੇ ਸੱਤਾ ਚ ਆਉਂਦਿਆਂ ਹੀ DS ਪਟਵਾਲੀਆਂ ਦੀ ਥਾਂ ਅਨਮੋਲ ਰਤਨ ਸਿੱਧੂ ਨੂੰ ਨਵਾਂ ਐਡਵੋਕੇਟ ਜਨਰਲ ਲਾਇਆ ਗਿਆ ਸੀ ਅਤੇ 4 ਮਹੀਨਿਆਂ ਅੰਦਰ ਹੀ ਅਸਤੀਫਾ ਦੇ ਸਿੱਧੂ ਨੇ ਸਭ ਨੂੰ ਹੈਰਾਨ ਕਰ ਦਿੱਤਾ ਹੈ। ਅਸਤੀਫੇ ਦੀ ਵਜ੍ਹਾ ਨਿੱਜੀ ਦੇ ਨਾਲ ਪ੍ਰੋਫੈਸ਼ਨਲ ਦੱਸੀ ਗਈ ਹੈ। ਮੁੱਖ ਮੰਤਰੀ ਮਾਨ ਵੀ ਇਸ ਵਜ੍ਹਾ ਤੇ ਮੋਹਰ ਲਾਉਂਦੇ ਹੋਏ ਨਜ਼ਰ ਆਏ। नहीं ऐसा कुछ नहीं है, प्रशासनिक फेरबदल होते रहते हैं। AG साहब बहुत ही सीनियर वकील हैं और हमारी टीम के मेंबर हैं और आने वाले दिनों में उनका कानूनी जानकारी का इस्तेमाल भी करते रहेंगे। तो अनमोल रतन सिद्धू जी जो थे उन्होंने इस्तीफ़ा दिया। कुछ उनकी आने वाले दिनों में कुछ उनकी पहले जो एंगेजमेंट थी, कमिटमेंट्स थी, वो लिखा भी है उन्होंने अपने उसमें। 2-4 दिन तो मतलब मैंने भी कहा कि देख लो अगर चलता है कुछ। वो कहते नहीं जी मैं कोई किसी बात से दुखी नहीं हूँ, लेकिन मेरा इस्तीफा एक्सेप्ट कर लीजिए। गवर्नमेंट ने एक और सीनियर वकील विनीत घई जी को जो है AG नियुक्त किया है। ਹੁਣ ਤੁਹਾਡਾ ਤਾਰੂਫ ਕਰਵਾ ਦਿੰਦੇ ਆ ਪੰਜਾਬ ਦੇ ਨਵੇਂ AG ਨਾਲ। ਵਿਨੋਦ ਕਈ ਵੀ ਪਿਤਾ ਦੀ ਤਰ੍ਹਾਂ ਅਪਰਾਧਿਕ ਮਾਮਲਿਆਂ 'ਚ ਮੁਹਾਰਤ ਰੱਖਦੇ ਨੇ। ਵਿਨੋਦ ਕਈ ਨੇ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਤੋਂ 1999 'ਚ LLB ਕੀਤੀ ਸੀ। ਮਈ 2012 'ਚ ਪੰਜਾਬ ਤੇ ਹਰਿਆਣਾ ਹਾਈ ਕੋਰਟ 'ਚ ਸੀਨੀਅਰ ਐਡਵੋਕੇਟ ਵਜੋਂ ਨਾਮਜ਼ਦ ਹੋਏ। ਵਿਨੋਦ ਕਈ ਮੁਤਾਬਕ ਇਸ ਅਹੁਦੇ ਲਈ ਖੁਦ ਸਰਕਾਰ ਵੱਲੋਂ ਉਹਨਾਂ ਨੂੰ ਅਪਰੋਚ ਕੀਤਾ ਗਿਆ। ਸਰਕਾਰ ਨੇ ਮੈਨੂੰ ਅਪਰੋਚ ਕੀਤਾ। ਤੁਹਾਨੂੰ ਮੈਂ ਦੱਸਿਆ ਅੱਗੇ ਵੀ ਮੈਰਿਟ ਤੇ ਉਹਨਾਂ ਨੇ ਦੇਖਿਆ ਤੇ ਮੈਂ ਨਾ ਅਪਰੋਚ ਕੀਤਾ ਨਾ ਮੈਂ ਕਿਸੇ ਕੋਲ ਗਿਆ। ਅਸੀਂ ਚਾਹੁੰਦੇ ਹਾਂ ਵੀ ਇੱਕ ਇਹੋ ਜਿਹਾ ਬੰਦਾ ਅਪਾਇੰਟ ਕਰੀਏ ਜਿਹਦੀ ਓਨੈਸਟੀ ਤੇ ਇੰਟੈਗ੍ਰਿਟੀ ਨੋਨ ਹੋਵੇ। ਮਾਈ ਫਾਦਰ ਹੈਜ਼ ਆਲਸੋ ਬੀਨ ਨੋਨ ਫॉर ਦਿਸ। ਮੈਨੂੰ ਵੀ ਉਹਨਾਂ ਨੇ ਇਸੇ ਕਰਕੇ ਚੁਣਿਆ ਕਿ ਦੇ ਵਾਂਟ ਸਮਬਡੀ ਹੂ ਸ਼ੁੱਡ ਬੀ ਓਨੈਸਟ ਐਂਡ ਹੂ ਸ਼ੁੱਡ ਬੀ ਨੋਨ ਫॉर ਓਨੈਸਟੀ। ਵਿਨੋਦ ਕਈ ਹੁਣ ਪੰਜਾਬ ਸਰਕਾਰ ਦਾ ਪੱਖ ਅਦਾਲਤਾਂ 'ਚ ਰੱਖਣਗੇ। ਉਹਨਾਂ ਦੇ ਸਾਹਮਣੇ ਚੁਣੌਤੀਆਂ ਵੀ ਵੱਡੀਆਂ ਨੇ, ਕਿਉਂਕਿ ਬੇਅਦਬੀ ਅਤੇ ਬਹਿਬਲ ਕਲਾ ਵਰਗੇ ਕੇਸ ਅਜੇ ਵੀ ਪੈਂਡਿੰਗ ਨੇ। ਹਾਲਾਂਕਿ ਉਹਨਾਂ ਭਰੋਸਾ ਦਿਵਾਇਆ ਕਿ ਇਹਨਾਂ तमाम ਕੇਸਾਂ 'ਚੋਂ ਸਰਕਾਰ ਦਾ ਪੱਖ ਮਜ਼ਬੂਤੀ ਨਾਲ ਰੱਖਣਗੇ। ਅਸੀਂ ਇਹ ਹਾਈਐਸਟ ਲੈਵਲ ਤੇ ਟੇਕ ਅਪ ਕਰਾਂਗੇ। ਬਹਿ ਕੇ ਮਾਨ ਸਾਹਿਬ ਵੀ ਇਸ ਗੱਲ ਤੇ ਕੰਸਰਨ ਸੀਗੇ। ਹਾਈਐਸਟ ਲੈਵਲ ਤੇ ਬੈਠ ਕੇ ਇਹਨੂੰ ਕੋਸ਼ਿਸ਼ ਕਰਾਂਗੇ ਇਹਨਾਂ ਸਮੱਸਿਆਵਾਂ ਨੂੰ ਸਾਰਿਆਂ ਨੂੰ ਹੱਲ ਕਰਨ ਦੀ। ਮੈਂ ਕੋਸ਼ਿਸ਼ ਕਰੂੰਗਾ ਕਿ ਅਰਲੀਐਸਟ ਪੋਸੀਬਲ ਟਾਈਮ ਤੇ ਲਾਅ ਆਫੀਸਰਸ ਅਪਾਇੰਟ ਹੋਣ। ਕੀ ਮੁਸ਼ਕਲਾਂ ਆਈਆਂ ਮੈਨੂੰ ਇਹਦਾ ਕੁਝ ਪਤਾ ਨਹੀਂ, ਬਟ ਲਾਅ ਆਫੀਸਰਸ ਆਫ ਦੀ ਅਰਲੀਅਰ ਲਾਅ ਆਫੀਸਰਸ ਵਰ ਕੰਟੀਨਿਊਇੰਗ। ਇਹ ਨਹੀਂ ਹੈ ਵੀ ਲਾਅ ਆਫੀਸਰ ਕੰਪੀਟੈਂਟ ਨਹੀਂ ਹੈ, ਦੇ ਵਰ ਕੰਟੀਨਿਊਇੰਗ। ਔਰ ਕੋਸ਼ਿਸ਼ ਕਰੂੰਗਾ ਕਿ ਵਧੀਆ ਟੀਮ ਬਣਾਈਏ ਤਾਂ ਕਿ ਸਰਕਾਰ ਦਾ ਪੱਖ ਚੰਗੀ ਤਰ੍ਹਾਂ ਕੋਰਟ ਦੇ ਵਿੱਚ ਰੱਖਿਆ ਜਾਵੇ। 10 ਮਹੀਨਿਆਂ ਅੰਦਰ ਵਿਨੋਦ ਕਈ ਪੰਜਾਬ ਦੇ ਨਵੇਂ ਐਡਵੋਕੇਟ ਚੁਣੇ ਗਏ ਨੇ। ਕੈਪਟਨ ਅਮਰਿੰਦਰ ਸਿੰਘ ਦੇ ਕਾਰਜਕਾਲ ਦੌਰਾਨ ਅਤੁਲ ਨੰਦਾ ਐਡਵੋਕੇਟ ਜਨਰਲ ਸਨ, ਪਰ ਚੰਨੀ ਦੇ ਮੁੱਖ ਮੰਤਰੀ ਬਣਨ ਤੋਂ ਬਾਅਦ ਅਤੁਲ ਨੰਦਾ ਦੀ ਥਾਂ APS ਦਿਓਲ ਨੂੰ AG ਲਗਾਇਆ ਗਿਆ। ਪਰ ਸਿੱਧੂ ਦੇ ਵਿਰੋਧ ਕਾਰਨ APS ਦਿਓਲ ਨੂੰ ਹਟਾਉਣਾ ਪਿਆ ਸੀ। ਦਿਓਲ ਦੀ ਥਾਂ ਤੇ DS ਪਟਵਾਲੀਆਂ ਨੂੰ ਨਵਾਂ AG ਲਗਾਇਆ ਗਿਆ। ਹਾਲਾਂਕਿ ਮਾਨ ਸਰਕਾਰ ਦੇ ਸੱਤਾ 'ਚ ਆਉਣ ਤੋਂ ਬਾਅਦ ਪਟਵਾਲੀਆ ਦੀ ਛੁੱਟੀ ਹੋ ਗਈ। ਪਟਵਾਲੀਆ ਦੀ ਥਾਂ ਤੇ ਅਨਮੋਲ ਰਤਨ ਸਿੱਧੂ AG ਨਿਯੁਕਤ ਕੀਤੇ ਗਏ। ਪਰ 4 ਮਹੀਨਿਆਂ ਦੇ ਅੰਦਰ ਹੀ ਅਨਮੋਲ ਰਤਨ ਸਿੱਧੂ ਨੇ ਆਪਣਾ ਅਹੁਦਾ ਛੱਡ ਦਿੱਤਾ ਹੈ ਅਤੇ ਹੁਣ ਵਿਨੋਦ ਕਈ ਪੰਜਾਬ ਦੇ ਨਵੇਂ ਐਡਵੋਕੇਟ ਜਨਰਲ ਬਣ ਗਏ ਨੇ। ਇੱਥੇ ਰੁਕਦੇ ਇੱਕ ਬ੍ਰੇਕ ਦੇ ਲਈ। ਬ੍ਰੇਕ ਤੋਂ ਪਾਰ ਗੱਲ ਕਰਾਂਗੇ ਸੋਨੀਆ ਗਾਂਧੀ ਤੋਂ ਹੋਈ ED ਦੀ ਪੁੱਛਗਿੱਛ ਦੀ। ਨੈਸ਼ਨਲ
ਨੈਸ਼ਨਲ ਹੈਰਾਲਡ ਕੇਸ ਦੇ ਵਿੱਚ ਸੋਨੀਆ ਗਾਂਧੀ ਦਾ ਦੂਜੀ ਦਫਾ ਈਡੀ ਦੇ ਨਾਲ ਸਾਹਮਣਾ ਹੋਇਆ। ਦੂਜੀ ਦਫਾ ਸੋਨੀਆ ਗਾਂਧੀ ਤੋਂ ਕਰੀਬ 6.5 ਘੰਟੇ ਪੁੱਛਗਿੱਛ ਹੋਈ ਤਾਂ ਉਧਰ ਇਸ ਪੁੱਛਗਿੱਛ ਦੇ ਵਿਰੋਧ 'ਚ ਦੇਸ਼ ਭਰ 'ਚ ਕਾਂਗਰਸ ਸੜਕਾਂ ਤੇ ਨਿਤਰੀ। ਇਲਜ਼ਾਮ ਲਗਾਏ ਸੱਤਾ ਧਿਰ ਤੇ ਵਿਰੋਧੀਆਂ ਦੀ ਆਵਾਜ਼ ਦਬਾਉਣ ਦੇ। ਇੱਕ ਪਾਸੇ ਈਡੀ ਸੋਨੀਆ ਗਾਂਧੀ ਤੋਂ ਸਵਾਲ ਜਵਾਬ ਕਰ ਰਹੀ ਸੀ ਤਾਂ ਦੂਜੇ ਪਾਸੇ ਕਾਂਗਰਸ ਦਿੱਲੀ ਦੀਆਂ ਸੜਕਾਂ ਤੇ ਨਿਤਰੀ ਹੋਈ ਸੀ। ਨੈਸ਼ਨਲ ਹੈਰਾਲਡ ਕੇਸ 'ਚ ਮੰਗਲਵਾਰ ਨੂੰ ਦੂਜੀ ਵਾਰ ਈਡੀ ਨੇ ਸੋਨੀਆ ਗਾਂਧੀ ਤੋਂ ਪੁੱਛਗਿੱਛ ਕੀਤੀ ਤਾਂ ਰੋਸ ਵਜੋਂ ਕਾਂਗਰਸ ਦਿੱਲੀ ਦੀਆਂ ਸੜਕਾਂ ਤੇ ਨਿਤਰ ਆਈ। ਰਾਹੁਲ ਗਾਂਧੀ ਦੀ ਅਗਵਾਈ 'ਚ ਜਦੋਂ तमाम ਕਾਂਗਰਸੀ ਰਾਸ਼ਟਰਪਤੀ ਨੂੰ ਮਿਲਣ ਜਾ ਰਹੇ ਸਨ ਤਾਂ ਪੁਲਿਸ ਨੇ ਉਹਨਾਂ ਨੂੰ ਵਿਜੇ ਚੌਂਕ ਤੇ ਹੀ ਰੋਕ ਲਿਆ। ਰਾਹੁਲ ਸਣੇ तमाम ਕਾਂਗਰਸੀ ਉੱਥੇ ਹੀ ਧਰਨੇ ਤੇ ਬੈਠ ਗਏ ਅਤੇ ਫਿਰ ਦਿੱਲੀ ਪੁਲਿਸ ਨੇ ਇਹਨਾਂ ਸਾਰਿਆਂ ਨੂੰ ਹਿਰਾਸਤ 'ਚ ਲੈ ਲਿਆ। प्रदर्शन कर रहे कांग्रेसी केंद्र ते जम के वरे अते सोनिया गांधी तो हो रही पुछगिछ नूं लेके सवाल चुके। जो एक 80 साल की बुजुर्ग नेता को जो कई बार सांसद में मेंबर रहे हैं और अब भी हैं, उनको हरास किया जा रहा है, बीमारी की हालात में हरास किया जा रहा है। आज सांसदों को इंसाफ लेने के लिए सड़क पे बैठना पड़ रहा है, तो देश में आप जनता का क्या हाल हो। प्रदर्शन की रूपरेखा कांग्रेस ने पहला ही तैयार कर ली सी। सोनिया गांधी दे ईडी दफ्तर पहुंचण तो पहला ही पार्टी दे मुख दफ्तर ते जमावड़ा शुरू हो गया सी, पर कांग्रेसियों नूं रोकण दे लई दिल्ली पुलिस भी तैयार सी। धारा 144 लगाई गई, भारी सुरक्षा तैनात की गई। कांग्रेसी लीडर राजघाट जाके प्रदर्शन करना चाहते सन, पर दिल्ली पुलिस ने इजाजत नहीं दी। भड़के कांग्रेसियों ने बीजेपी ते लोकतंत्र दा घाण करन दे इल्जाम लगाए। कि अगर राजघाट के ऊपर गांधी जी की समाधि पे ही सत्याग्रह नहीं हो सकता, तो इसका मतलब तो सीधे सीधे यह है कि लोकतंत्र की तो हत्या हो गई गांधी जी की तरह। अगर गांधी जी की समाधि पर भी प्रमुख विपक्षी पार्टी, सारे मेंबर्स ऑफ पार्लियामेंट विपक्षी पार्टी के एक दिन के सत्याग्रह के ऊपर भी नहीं बैठ सकते हैं, तो फिर लोकतंत्र कहां पे जिंदा रहेगा। भारतीय जनता पार्टी की सरकार को समझाना चाहते हैं कि लोकतंत्र के दोनों पहिए होते हैं, एक रूलिंग पार्टी और एक विपक्ष। अगर एक भी पहिया लोकतंत्र का खिसक गया तो लोकतंत्र की गाड़ी वहीं की वहीं रुक जाएगी। तो विपक्ष के पहिए को काम करने दें, विपक्ष के पहिए को घूमने दें। सत्याग्रह का अधिकार है, लोकतंत्र का अधिकार है, और गांधी जी की समाधि पे सत्याग्रह नहीं करने देना, इससे एक खराब स्थिति देश के लोकतंत्र के लिए नहीं हो सकती। चंडीगढ़ च भी सोनिया गांधी तो पुछगिछ खिलाफ कांग्रेसियों ने सत्याग्रह किया। राजा वड़िंग ने कहा कि कांग्रेस दे राज च कदे भी विरोधियों की आवाज दबाउण दी कोशिश नहीं हुई। वड़िंग ने बीजेपी ते दबाव की राजनीति करन दे इल्जाम लगाए। ये राजनीति पहला नहीं सी। कांग्रेस पार्टी ने इस देश के उत्ते 70 साल राज किया, कदे अपने विरोधी दलों नूं खत्म करने की गल नहीं की। कदे ये नहीं कहा कि इनको जड़ से उखाड़ देंगे, भारत मुक्त कर देंगे, भाजपा भारत मुक्त कर देंगे। हालांकि दो बंदे इन्हां दे MP बनते रहे जो असी सत्ता सरकार छूंदे रहे, और क्योंकि हर व्यक्ति नूं आज़ादी सी बोलन दी, आपदी गल करन दी, खास करके विरोधी पार्टियां नूं ये गल करनी कि तुसी कोई भी गल करो जिहड़ी सच्ची है झूठी है। देश भर दे विच लोगों को यह दस्सण वास्ते कि किस प्रकार की राजनीति देश भर दे विच हो रही है। किसे मगर ईडी घूम रही है, किसे मगर CBI घूम रही है, और किसे मगर विजिलेंस घूम रही है। नैशनल हैराल्ड केस च ईडी पहला भी सोनिया गांधी तो सवाल जवाब कर चुकी है। 21 जुलाई नूं सोनिया गांधी तो करीब 3 घंटे पुछगिछ की गई सी। इस तो पहला राहुल गांधी तो भी ईडी करीब 40 घंटे पुछगिछ कर चुकी है। हुण तुहानूं दसदे हां कि नैशनल हैराल्ड केस है की। बेशक ये मामला 2012 का है, पर इस केस च ईडी की एंट्री साल 2015 च हुई सी। बीजेपी आगू सुब्रमण्यम स्वामी ने 2012 च दिल्ली की पटियाला हाउस कोर्ट च एक पटीशन दाखिल की सी। सोनिया गांधी, राहुल गांधी सने कई लोगों ते घाटे च चल रहे नैशनल हैराल्ड अखबार नूं धोखाधड़ी अते पैसिਆਂ ਦੀ हेराफेरी जरिए हड़पण का इल्जाम लगाया सी। नैशनल हैराल्ड अखबार की स्थापना 1938 च हुई सी। इसका संचालन AJL यानी एसोसिएटेड जर्नल लिमिटेड वालों किया जाता सी। आजादी तो बाद कांग्रेस का यह मुखपत्र बनिया। AJL ही अंग्रेजी दे विच नैशनल हैराल्ड का प्रकाशन करता सी। कांग्रेस तो मिले लोन के बावजूद साल 2008 दे विच अखबार बंद हो गया। 2010 दे विच यंग इंडियन प्राइवेट लिमिटेड यानी YIPL बनिया। AJL नूं एक्वायर कर लिया गया।
YIPL 'ਚ ਸੋਨੀਆ ਤੇ ਰਾਹੁਲ ਗਾਂਧੀ ਦੀ 76% ਦੀ ਹਿੱਸੇਦਾਰੀ ਸੀ। ਕਾਂਗਰਸ ਨੇ AGL ਦੇ 90 ਕਰੋੜ ਲੋਨ ਨੂੰ YIPL ਨੂੰ ਟ੍ਰਾਂਸਫਰ ਕਰ ਦਿੱਤਾ। YIPL ਤੇ 50 ਲੱਖ ਦੇ ਕੇ AGL ਦੀ 2000 ਕਰੋੜ ਦੀ ਜਾਇਦਾਦ ਹੜਪਣ ਦਾ ਇਲਜ਼ਾਮ ਹੈ। ਇੱਥੇ ਰੁਕਦੇ ਹਾਂ ਇੱਕ ਬ੍ਰੇਕ ਦੇ ਲਈ। ਬ੍ਰੇਕ ਤੋਂ ਬਾਅਦ ਤੁਹਾਨੂੰ ਦੱਸਾਂਗੇ ਕਿ ਮਾਨ ਸਰਕਾਰ ਆਪਣੀ ਇੱਕ ਕਿਹੜੀ ਗਾਰੰਟੀ ਨੂੰ ਲੈ ਕੇ ਵਿਰੋਧੀਆਂ ਦੇ ਨਿਸ਼ਾਨੇ ਤੇ ਆ ਗਈ ਹੈ। ਆਮ ਆਦਮੀ ਪਾਰਟੀ ਦੀ ਸਰਕਾਰ ਆਪਣੀ ਇੱਕ ਹੋਰ ਗਾਰੰਟੀ ਪੂਰੀ ਕਰਨ ਜਾ ਰਹੀ ਹੈ। 75ਵੇਂ ਆਜ਼ਾਦੀ ਦਿਹਾੜੇ ਮੌਕੇ ਪੰਜਾਬ ਭਰ ਦੇ ਵਿੱਚ ਮੁਹੱਲਾ ਕਲੀਨਿਕ ਖੋਲੇ ਜਾਣੇ ਨੇ, ਪਰ ਇਹਨਾਂ ਮੁਹੱਲਾ ਕਲੀਨਿਕਸ ਨੂੰ ਲੈ ਕੇ ਸਰਕਾਰ ਵਿਰੋਧੀਆਂ ਦੇ ਨਿਸ਼ਾਨੇ ਤੇ ਆ ਗਈ ਹੈ। ਸੇਵਾ ਕੇਂਦਰਾਂ ਦੀਆਂ ਇਮਾਰਤਾਂ ਨੂੰ ਮੁਹੱਲਾ ਕਲੀਨਿਕ ਦੀਆਂ ਇਮਾਰਤਾਂ 'ਚ ਬਦਲਣ ਨੂੰ ਲੈ ਕੇ ਵਿਰੋਧੀ ਸਰਕਾਰ ਨੂੰ ਘੇਰ ਰਹੇ ਨੇ। ਇੱਥੋਂ ਤੱਕ ਕਿ ਅਕਾਲੀ ਦਲ ਨੇਤਾ CBI ਜਾਂਚ ਦੀ ਵੀ ਮੰਗ ਕਰ ਦਿੱਤੀ ਹੈ। ਸਿੱਖਿਆ ਤੋਂ ਬਾਅਦ ਮੁਹੱਲਾ ਕਲੀਨਿਕ ਮਾਨ ਸਰਕਾਰ ਦੀ ਸਭ ਤੋਂ ਵੱਡੀ ਚੋਣ ਗਾਰੰਟੀ ਹੈ, ਜਿਸ ਨੂੰ ਆਮ ਆਦਮੀ ਪਾਰਟੀ 15 ਅਗਸਤ ਤੱਕ ਪੂਰਾ ਕਰਨ ਦਾ ਦਮ ਭਰ ਰਹੀ ਹੈ। ਸੂਬੇ ਭਰ 'ਚ 75 ਮੁਹੱਲਾ ਕਲੀਨਿਕ ਤਿਆਰ ਹੋ ਚੁੱਕੇ ਨੇ, ਪਰ ਇਸ ਵਿਚਾਲੇ ਵਿਰੋਧੀਆਂ ਨੇ ਸਰਕਾਰ ਨੂੰ ਘੇਰਾ ਪਾ ਲਿਆ ਹੈ। ਵਿਰੋਧੀ ਇੱਕ ਸੁਰ 'ਚ ਮੁਹੱਲਾ ਕਲੀਨਿਕ ਦੀ ਆੜ 'ਚ ਸਰਕਾਰ ਤੇ ਨਿਸ਼ਾਨੇ ਸਾਧ ਰਹੇ ਨੇ। ਜਿਹੜੇ ਮੁਹੱਲਾ ਕਲੀਨਿਕ ਆ, ਸਾਡੇ ਕੋਲ 8000 ਇੰਸਟੀਚਿਊਸ਼ਨਸ ਹੈਗੇ ਆ, ਛੋਟੇ ਵੱਡੇ ਲੈ ਕੇ। ਉਹਦੇ ਵਿੱਚ ਡਿਸਪੈਂਸਰੀਆਂ ਹੈਗੀਆਂ, PHC CHC ਹੈਗੀਆਂ। ਉਹਨਾਂ ਨੂੰ ਮੈਂ ਨਹੀਂ ਕਹਿੰਦਾ ਸਾਡਾ ਹੈਲਥ ਸਿਸਟਮ ਬਹੁਤ ਚੰਗਾ ਆ, ਉਹਨੂੰ ਅਪਗ੍ਰੇਡ ਕਰ ਲਓ। ਤੇ ਜੇ ਇੱਕ ਸਾਲ 'ਚ 75 ਮੁਹੱਲਾ ਕਲੀਨਿਕ ਬਣਾਉਣਗੇ ਰੰਗ ਰੋਗਨ ਕਰਕੇ, ਕਿਉਂਕਿ ਦੇਖੋ ਜਿਹੜਾ ਇੱਕ ਸੁਵਿਧਾ ਸੈਂਟਰ ਬਣਿਆ ਹੁੰਦਾ ਉਹਦੇ 'ਚ ਇੱਕ ਡਿਫਰੈਂਟ ਤਰ੍ਹਾਂ ਦੀਆਂ ਫੈਸਿਲਿਟੀਜ਼ ਹੁੰਦੀਆਂ, ਉਹ ਉਹਨੂੰ ਡਿਫਰੈਂਟ ਤਰੀਕੇ ਨਾਲ ਡਿਜ਼ਾਈਨ ਕੀਤਾ ਹੁੰਦਾ। ਉਹਨੂੰ ਸਾਰੀ ਨੂੰ ਤੁਸੀਂ ਰੀਡਿਜ਼ਾਈਨ ਕਰਕੇ ਤਾਂ ਕੀ ਸ਼ੋਅ ਕਰਨਾ ਚਾਹੁੰਦੇ ਆ। ਉਧਰ ਅਕਾਲੀ ਦਲ ਨੇਤਾ ਸੇਵਾ ਕੇਂਦਰ ਨੂੰ ਹੀ ਮੁਹੱਲਾ ਕਲੀਨਿਕ 'ਚ ਬਦਲਣ ਤੇ ਸਵਾਲ ਖੜੇ ਕਰ ਦਿੱਤੇ ਨੇ। ਅਕਾਲੀ ਦਲ ਦਾ ਇਲਜ਼ਾਮ ਹੈ ਕਿ ਸੇਵਾ ਕੇਂਦਰ ਤਾਂ ਪਹਿਲਾਂ ਹੀ ਬਣੇ ਹੋਏ ਸਨ, ਤਾਂ ਇਹਨਾਂ ਦੀ ਰੰਗਾਈ ਪੁਤਾਈ ਤੇ ਸਰਕਾਰ ਨੇ ਲੱਖਾਂ ਰੁਪਏ ਕਿਵੇਂ ਖਰਚ ਦਿੱਤੇ। ਅਕਾਲੀ ਦਲ ਇਸ ਦੀ CBI ਜਾਂਚ ਦੀ ਮੰਗ ਕਰ ਰਿਹਾ ਹੈ। 4 ਸੁਵਿਧਾ ਕੇਂਦਰਾਂ ਦੀ ਰੈਨੋਵੇਸ਼ਨ 'ਚ ਕੀ ਹੁੰਦਾ ਹੈਗਾ, ਪੇਂਟ ਸੈਟਿੰਗ, ਮਾੜਾ ਮੋਟਾ ਕੋਈ ਚੇਅਰ ਲਾਣਾ ਜਾਂ ਥੋੜਾ ਬਹੁਤਾ ਕੰਮ ਆ। ਔਰ ਉਹ ਸੁਵਿਧਾ ਕੇਂਦਰ ਮੇਰੇ ਕੋਲ 1500 ਸਕੁਅਰ ਫੁੱਟ ਦੇ ਹੋਣੇ, 1500 ਦੇ। ਉਹਨਾਂ ਦੀ ਰੈਨੋਵੇਸ਼ਨ ਤੇ 5 ਸੇਵਾ ਕੇਂਦਰਾਂ ਦੀ 96 ਲੱਖ ਰੁਪਏ। ਔਰ ਦੂਸਰਾ ਟੈਂਡਰ ਆ ਦੇਖੋ 72,50,000 ਰੁਪਏ 4 ਸੁਵਿਧਾ ਕੇਂਦਰਾਂ ਦੀ ਰੈਨੋਵੇਸ਼ਨ ਤੇ ਪੇਂਟਿੰਗ, ਡੈਂਟਿੰਗ ਤੇ ਪੇਂਟ ਤੇ ਇਹਨਾਂ ਨੇ ਖਰਚ ਕਰਿਆ। ਮਤਲਬ 20 ਲੱਖ ਰੁਪਇਆ ਇੱਕ ਸੁਵਿਧਾ ਕੇਂਦਰ ਦੀ ਰੈਨੋਵੇਸ਼ਨ ਤੇ ਸਿਰਫ ਖਰਚ ਕਰਦੇ ਆ। ਵਿਰੋਧੀ ਸਵਾਲ ਖੜੇ ਕਰ ਰਹੇ ਨੇ ਤਾਂ ਜਵਾਬ ਦੇਣ ਦੇ ਲਈ ਖੁਦ ਸਿਹਤ ਮੰਤਰੀ ਅੱਗੇ ਆਏ ਨੇ। ਚੇਤਨ ਸਿੰਘ ਜੋੜਾ ਮਾਜਰਾ ਮੁਤਾਬਕ ਸਰਕਾਰ ਨੇ ਬੰਦ ਪਏ ਸੂਬੇ ਦੇ ਸੁਵਿਧਾ ਕੇਂਦਰਾਂ ਨੂੰ ਮੁੜ ਵਰਤੋਂ 'ਚ ਲਿਆਂਦਾ ਹੈ, ਜੋ ਪਿਛਲੀਆਂ ਸਰਕਾਰਾਂ ਨੇ ਖੰਡਰ ਸਮਝ ਕੇ ਬੇਕਾਰ ਛੱਡੇ ਹੋਏ ਸਨ। ਨਹੀਂ, ਉਹਨਾਂ ਨੇ ਸੇਵਾ ਕੇਂਦਰ ਉਹ ਤਾਂ ਬਿਲਕੁਲ ਖਤਮ ਹੋ ਗਏ ਸੀ। ਅਸੀਂ ਤਾਂ ਉਹਨਾਂ 'ਚ ਜਾਨ ਪਾਈ ਆ। ਜੇ ਤੁਹਾਨੂੰ ਪਤਾ ਵੇ ਕਰੋੜਾਂ ਰੁਪਈਆ ਤਾਂ ਬਿਜਲੀ ਦੇ ਬਿੱਲ ਬਕਾਇਆ ਪੈਂਡਿੰਗ ਖੜੇ ਨੇ, ਹੋਰ ਵੀ ਪਤਾ ਨਹੀਂ ਉੱਥੇ ਪਾਥੀਆਂ ਪੱਥੀਆਂ ਜਾ ਰਹੀਆਂ ਨੇ। ਸੋ ਅਸੀਂ ਤਾਂ ਉਹਨਾਂ ਨੂੰ ਸਗੋਂ ਪੰਜਾਬ ਸਰਕਾਰ ਦੀ ਉਸ ਨੂੰ ਪ੍ਰਾਪਰਟੀ ਨੂੰ ਇਸ ਤਾਂ ਜੂਝ ਕਰਨ ਵਾਸਤੇ ਲੈ ਕੇ ਆ ਰਹੇ। ਵਿਰੋਧੀਆਂ ਦੇ ਹਮਲਿਆਂ ਵਿਚਾਲੇ ਸਰਕਾਰ ਆਪਣੀ ਇੱਕ ਹੋਰ ਚੋਣ ਗਾਰੰਟੀ ਪੂਰੀ ਕਰਨ 'ਚ ਰੁੱਝੀ ਹੋਈ ਹੈ। ਸਿਹਤ ਮੰਤਰੀ ਨੇ ਦਾਅਵਾ ਕੀਤਾ ਹੈ ਕਿ ਸਟਾਫ, ਡਾਕਟਰਾਂ ਤੇ ਦਵਾਈਆਂ ਸਣੇ ਸਾਰੀਆਂ ਤਿਆਰੀਆਂ ਪੂਰੀਆਂ ਕਰ ਲਈਆਂ ਗਈਆਂ। ਸਰਕਾਰ ਦਾ ਮਕਸਦ ਲੋਕਾਂ ਨੂੰ ਸਭ ਤੋਂ ਨੇੜੇ ਇਲਾਜ ਮੁਹੱਈਆ ਕਰਵਾਉਣਾ ਹੈ। ਜ਼ਿਲ੍ਹਿਆਂ ਤੋਂ ਬਾਅਦ ਪਿੰਡਾਂ 'ਚ ਵੀ ਆਮ ਆਦਮੀ ਕਲੀਨਿਕ ਖੋਲੇ ਜਾਣਗੇ, ਜਿੱਥੇ 250 ਤਰ੍ਹਾਂ ਦੀਆਂ ਦਵਾਈਆਂ ਮੁਫਤ ਮਿਲਣਗੀਆਂ। ਪਰ ਜਿਵੇਂ ਛੋਟੇ ਕਿਸੇ ਨੂੰ ਖੰਘ ਹੈ, ਜ਼ੁਕਾਮ ਹੈ, ਬੁਖਾਰ ਹੈ ਜਾਂ ਕਿਸੇ ਨੇ ਕੋਈ ਪੱਟੀ ਕਰਾਉਣੀ ਆ, ਉਹ ਸਾਰਾ ਕੁਝ ਹੈ ਜਿਹੜਾ ਬਰਡਨ ਹੈ ਵੱਡੇ ਹਸਪਤਾਲਾਂ 'ਚੋਂ ਉਤਾਰ ਕੇ ਉਹ ਸਾਰੀ ਜਿਹੜੀ ਹੈਗੀ ਆ ਜਿਹੜੇ ਮੁਹੱਲਾ ਕਲੀਨਿਕ ਨੇ ਉੱਥੇ ਰਹੂ, ਤਾਂ ਕਿ ਵੱਡੇ ਹਸਪਤਾਲਾਂ 'ਚੋਂ ਜਿਹੜਾ ਕੰਮ ਛੋਟੇ ਨੇ ਪਰ ਉੱਥੇ ਇਹਨਾਂ ਕਾਰਨ ਕਰਕੇ ਰਸ਼ ਜਿਹੜਾ ਬਹੁਤ ਰਹਿੰਦਾ। ਸੋ ਉਸ ਕਰਕੇ ਬਾਕੀ ਮੈਡੀਸਨ ਦੀ ਜਿਹੜੀ ਗੱਲ ਹੈ 250 ਤਰ੍ਹਾਂ ਦੀ ਮੈਡੀਸਨ ਹੈ ਜਿਹੜੀ ਹਰ ਇੱਕ ਹਸਪੀਟਲ ਦੇ ਵਿੱਚ 15 ਤੋਂ 20 ਦਿਨਾਂ ਦੇ ਵਿੱਚ ਹੈ ਜਿਹੜੀ ਉਹ ਅਵੇਲੇਬਲ ਰਹੂਗੀ। ਹੁਣ 145 ਤਰ੍ਹਾਂ ਦੀ ਮੈਡੀਸਨ ਜਿਹੜੀ ਹੁਣ ਇਸ ਟਾਈਮ ਵੀ ਉਪਲਬਧ ਹੈ। ਮਾਨ ਸਰਕਾਰ 15 ਅਗਸਤ ਨੂੰ ਸੂਬੇ 'ਚ 75 ਸੁਵਿਧਾ ਕੇਂਦਰ ਲੋਕਾਂ ਨੂੰ ਸਮਰਪਿਤ ਕਰਨ ਜਾ ਰਹੀ ਹੈ। ਹਾਲਾਂਕਿ ਚੋਣਾਂ ਦੌਰਾਨ ਆਮ ਆਦਮੀ ਪਾਰਟੀ ਨੇ ਹਰ ਪਿੰਡ ਦੇ ਵਿੱਚ ਮੁਹੱਲਾ ਕਲੀਨਿਕ ਦਾ ਵਾਅਦਾ ਕੀਤਾ ਸੀ। ਸਰਕਾਰ 117 ਹਲਕਿਆਂ 'ਚ ਮੁਹੱਲਾ ਕਲੀਨਿਕ ਬਣਾਉਣ ਦੀ ਯੋਜਨਾ ਤਿਆਰ ਕਰ ਚੁੱਕੀ ਹੈ। ਸੂਬੇ 'ਚ 13,000 ਪਿੰਡ ਨੇ, ਪਰ ਆਮ ਆਦਮੀ ਪਾਰਟੀ ਦੀ ਸਰਕਾਰ ਮਹਿਜ਼ 75 ਕਲੀਨਿਕ ਖੋਲ੍ਹਣ ਜਾ ਰਹੀ ਹੈ, ਜਿਸ ਤੋਂ ਬਾਅਦ ਵਿਰੋਧੀਆਂ ਦੇ ਸਵਾਲ ਉੱਠਣੇ ਵੀ ਲਾਜ਼ਮੀ ਨੇ।
इस बुलेटिन ਦੇ ਵਿੱਚ ਫਿਲਹਾਲ ਇਨਾ ਹੀ। ਮੈਨੂੰ ਦਿਓ ਇਜਾਜ਼ਤ। ਪਰ ਦੇਸ਼ ਵਿਦੇਸ਼ ਤੇ ਪੰਜਾਬ ਨਾਲ ਜੁੜੀ ਹਰ ਵੱਡੀ ਅਪਡੇਟ ਦੇ ਲਈ ਤੁਸੀਂ ਬਣੇ ਰਹੋ ABP ਸਾਂਝਾ ਦੇ ਨਾਲ।